इस चैनल को सब्सक्राइब करें और बेल आइकन दबाना ना भूलें। कणक ये बाहरों रुपये 2 रुपए किलो के हिसाब ਨਾਲ खरीद के लियांदी है ਤੇ ਇਹਨੂੰ ਵਧੀਆ ਕੁਆਲਿਟੀ ਦੀ ਕਣਕ ਦੇ ਵਿੱਚ ਮਿਕਸ ਕੀਤਾ ਜਾਂਦਾ ਤੇ ਉਹ ਫਿਰ ਗਰੀਬ ਜਨਤਾ ਨੂੰ ਖਵਾਈ ਜਾਂਦੀ ਤਾਂ ਕਿ ਜ਼ਹਿਰੀਲਾ ਕਣਕ ਲੋਕਾਂ ਨੂੰ ਖਵਾ ਕੇ ਤੇ ਆਪਾਂ ਮਾਰਿਆ ਜਾ ਸਕੇ। ਬਣਾਓ ਹਲੋ ਆਹ ਦੜਾ ਜੇ ਆਹ ਕਣਕ ਜੇ ਹਲੋ ਦੜੇ ਦੀ ਕਣਕ ਇਹ ਹਲੋ ਤੁਸੀਂ ਅੱਗੇ ਵੀ ਇਕਦਾਮਾਂ ਚ ਆਇਓ ਤੁਹਾਨੂੰ ਜੇਕਰ ਤਾਂ ਕਣਕ ਲੱਗੇਗੀ ਦੱਸ ਦੇਣਾ ਖਾਣਯੋਗ। ਹਲੋ ਜੀ ਕਣਕ ਆਹ ਕਣਕ ਤੁਹਾਡੇ ਘਰਾਂ 'ਚ ਜਾਣੀ ਜੇ ਮਿਕਸ ਹੋ ਕੇ ਲਓ ਜੀ ਠੀਕ ਹੈ ਜੀ। ਇੱਕ ਇਹ ਦੜਾ ਇਹਨੂੰ ਵਧੀਆ ਕਣਕ ਦੀ ਕੁਆਲਿਟੀ 'ਚ ਥੋੜੀ ਜਿਹੀ ਮਿਕਸ ਕਰਕੇ ਵੇਚਿਆ ਜਾਣਾ। ਆਹ ਟਰਾਲੀ ਹੋਣ ਲੱਗੀ ਜੇ ਇੱਕ ਟਰਾਲੀ ਉੱਥੇ ਲੱਦੀ ਖੜੀ ਹੋਈ ਜੇ ਇੱਕ ਉਹ ਦੜਾ ਵੱਜਾ ਆ ਜੀ। ਆ ਲਓ ਜੀ ਆਹ ਕਣਕ ਜੇ ਆਹ ਕਣਕ ਖਾ ਲਈ ਜੀ ਪਰ ਸਾਰਿਆਂ ਨੇ। ਚੌਕੀਦਾਰ ਇਹਦਾ ਨਾਂ ਸੋਨੂ ਹੈ। ਇਹ ਸੋਨੂ ਉਹ ਹੈ ਜਿਹੜਾ ਰਾਤ ਦੇ ਟਾਈਮ ਕਣਕ ਨੂੰ ਪਾਣੀ ਲਾਉਂਦਾ ਹੈ। ਮੈਂ ਇਹਦੇ ਬਾਰੇ ਅਫਸਰਾਂ ਨੂੰ ਦੱਸ ਚੁੱਕਾ ਵਾਂ। ਇਹ ਰਾਤ ਨੂੰ ਪਾਣੀ ਕਣਕ ਨੂੰ ਇਹ ਲਾਉਂਦਾ ਤੇ ਦੂਜੇ ਸਿਰੇ ਕੱਢਦੇ ਨੇ। ਸਸਪੈਂਡ ਕਿਉਂ ਕੀਤਾ ਗਿਆ ਸਰ ਮੈਨੂੰ ਸਸਪੈਂਡ ਇਸ ਕਰਕੇ ਕੀਤਾ ਗਿਆ ਕਿ ਇਸ ਗੋਦਾਮ ਚੋਂ ਉਹਨੂੰ ਬਾਹਰ ਕੱਢਿਆ ਜਾਵੇ। ਜਿਹੜਾ ਇਹਨਾਂ ਦਾ ਗੋਰਖ ਧੰਦਾ ਚੱਲਦਾ ਹੈ ਉਹ ਇਹਨਾਂ ਦਾ ਚੱਲਦਾ ਰਹਿ ਸਕੇ। ਜੇਕਰ ਮੈਂ ਇੱਥੇ ਮੌਜੂਦ ਰਹਿਣਾ ਵਾਂ ਇਸ ਗੋਦਾਮ ਦੇ ਵਿੱਚ ਮੈਂ ਰਹਿਣਾ ਇਹਨਾਂ ਦਾ ਗੋਰਖ ਧੰਦਾ ਨਹੀਂ ਚੱਲਣਾ ਸੀ। ਉਹ ਕੀ ਕਰਦੇ ਕਣਕ ਨੂੰ ਇੱਥੇ ਲਿਆ ਕੇ ਬੋਰੀਆਂ ਨੂੰ ਖੋਲ ਕੇ ਢੇਰੀ ਕਰ ਲੈਂਦੇ ਨੇ ਔਰ ਗੋਦਾਮ ਦੇ ਵਿੱਚ ਜਿਹੜੀ ਵਧੀਆ ਸਟੋਰ ਕੀਤੀ ਹੁੰਦੀ ਕਣਕ ਉਸ ਕਣਕ ਦੇ ਵਿੱਚ ਮਿਕਸ ਕਰਕੇ ਉਹਨੂੰ ਚੰਗੀ ਤਰ੍ਹਾਂ ਉਹ ਫਿਰ ਲੋਡ ਕਰਕੇ ਉਹ ਡੀਪੂ ਹੋਲਡਰਾਂ ਨੂੰ ਜਾਰੀ ਕਰ ਦਿੱਤੀ ਜਾਂਦੀ ਹੈ। ਡੀਪੂ ਹੋਲਡਰ ਅੱਗੇ ਜਾ ਕੇ ਜਨਤਾ ਦੇ ਵਿੱਚ ਵੰਡਦੇ ਨੇ। ਤੇ 11 ਕੁਇੰਟਲ ਮਤਲਬ ਇਹ ਕੋਈ ਬੋਰੀਆਂ ਹਿਸਾਬ ਨਹੀਂ ਆਪਾਂ 11 ਕੁਇੰਟਲ ਦੇ ਹਿਸਾਬ ਨਾਲ ਇਹ ਕਣਕ ਬਾਹਰੋਂ ਆਉਂਦੀ ਹੈ। ਉਹਨੂੰ 11 ਕੁਇੰਟਲਾਂ ਦੇ ਵਿੱਚ ਹੀ ਮਿਕਸ ਕਰਕੇ ਇਹਨੂੰ ਫਿਰ ਕੀ ਕਰਦੇ ਆ ਅੱਗੇ ਜਨਤਾ ਦੇ ਵਿੱਚ ਜ਼ਹਿਰ ਵੰਡ ਦਿੰਦੇ ਆ। ਔਰ ਇੱਥੇ ਇੱਕ ਬੜਾ ਵੱਡਾ ਨੈਟਵਰਕ ਹੈਗਾ ਹੈ ਵੀਟ ਮਾਫੀਆ ਦਾ। ਤੁਸੀਂ ਰੋਜ਼ ਅਖਬਾਰਾਂ 'ਚ ਵੀ ਪੜ੍ਹਦੇ ਹੋ। ਜਿੰਨਾ ਨਾਂ ਜੋ ਕਿ ਰਾਣੀ ਕੇ ਬਾਗ ਰਹਿੰਦਾ ਹੈ ਬੜੀ ਵੱਡੀ ਕੋਠੀ ਦਾ ਮਾਲਕ ਹੈ ਖੁਦ ਡੀਪੂ ਹੋਲਡਰ ਵੀ ਗੁਣਿਆ ਜਾਂਦਾ ਹੈ ਔਰ ਚਗਾਵਾਂ ਵੇਚਦਾ ਹੈ। ਉਹ ਵੀਟ ਮਾਫੀਆ ਅੰਮ੍ਰਿਤਸਰ ਦਾ ਕਿੰਗ है। D4 न्यूज़ देख रहे तमाम दोस्तों को दीपक भंडारी का नमस्कार। फूड एंड सप्लाई विभाग जो हमेशा ही सुर्खियों में रहा है, कई बार ग्रीवेंसेस कमेटी की बैठक होती है, उसमें मामला उठता है कि गरीबों के अनाज को खाया जा रहा है, इसके बावजूद किसी पर कार्रवाई क्यों नहीं होती है। आज हम पहुंचे हैं लोहार का रोड के पास एक वेरका के गोदाम के अंडर आता है ये एरिया नंगली जिसे कहते हैं। एफएसओ शिव खन्ना जो कि अभी फ़िलहाल सस्पेंड चल रहे हैं विभाग से, उन्होंने इस बात का खुलासा किया था कि यहाँ पर जो गली सड़ी जो गेहूं है बाज़ार से 1-2 रुपए किलो ख़रीदा जाता है और यहाँ पर लाकर जो अच्छी अनाज होता है उसमें मिक्स कर लिया जाता है। हमारे साथ हैं शिव खन्ना, इनसे बात करते हैं। शिव खन्ना जी देखो फूड एंड सप्लाई विभाग ते कभी जो भी आरोप लगते हैं ये कोई नवे नहीं है तो क्या बेसिकली ये गोलमाल की है। कईयां दे आरोप लगते हैं कार्रवाई कोई होंदी नहीं, मामला ठंडे बस्ते मतलब जैसे कही है भी परनाला उत्थे 20 करोड़ की जी कणक उतों खाधी गई बाद चों सप निकल जाती है लकीर पिटन लग जाता डिपार्टमेंट। ये की तुहाडा की कहना भी की गल सारा गोलमाल है। फिर सब तो जी वड्डी गल है कार्रवाई कोई नहीं होंदी। देखो जी भंडारी साहब सब तो पहले तो तुसीं गल कीती परनाला उत्थे दा उत्थे परनाला जो बारिश होंदी है वो छत के उत्ते पानी खड़ा होंदा है तो परनाले नाल पानी बंद वो पानी थल्ले निकलदा है तो वो अगे वहा च निकल जाता है। पर ये परनाला उत्थे क्यों है परनाले दे अगे एक दीवार बना दी गई है। वो दीवार हैगी नोटां दी, नोट किन्ने करोड़ां। वो इन्ना को वड्डा अगे दीवार बनाती वो परनाले तो अगे जाएगी नहीं। हुण तुसीं गल कर रहे सी अगों तुहानूं मैं दसदा वां तुसीं गल कीती कणक बारे। नहीं मैं पहले तो मैं चाहूँगा दर्शकों को ये दसो भी ये बेसिकली गोलमाल होंदा की है। 2 रुपए सरकारां रौला पाउंदियां भी 2 रुपए किलो अनाज वंडिया जा रहा है गरीबां नूं। ਅਸੀਂ ਕਿੰਨੇ ਲੱਖ ਕਾਰਡ ਬਣਾਤੇ ਉਹ ਗੋਲਮਾਲ ਕੀ ਹੈ ਸਾਰੀ ਅਨਾਜ ਤੇ ਮੈਂ ਕੁਝ ਤੁਸੀਂ ਦਿਖਾਈਆਂ ਵੀ ਸੀਗੀ ਵੀ ਕੋਈ ਜਿਹੜਾ ਮਿਕਸ ਹੋਇਆ ਵੀ ਤੁਸੀਂ ਤੁਹਾਡਾ ਇਹ ਕਹਿਣਾ ਕਿ ਜ਼ਹਿਰੀਲੀ ਗੇਹੂੰ ਆ ਜਿਹੜੀ ਉਹ ਲੋਕਾਂ ਨੂੰ ਖਵਾਈ ਜਾ ਰਹੀ ਹੈ। ਸਰ ਇਹ ਜਿਹੜੀ 2 ਰੁਪਏ ਕਿਲੋ ਪੰਜਾਬ ਸਰਕਾਰ ਵੱਲੋਂ ਗਰੀਬ ਕਾਰਡ ਧਾਰਕਾਂ ਨੂੰ ਦਿੱਤੀ ਜਾਂਦੀ ਸਮਾਰਟ ਕਾਰਡ ਧਾਰਕਾਂ ਨੂੰ ਇਹ ਕੀ ਕਰਦੇ ਆ ਸਾਡੇ ਨੰਗਲੀ ਗੋਦਾਮ ਦੇ ਵਿੱਚ ਦੇ ਜਿਹੜੇ ਇੰਸਪੈਕਟਰ ਨੇ ਜਗਵਿੰਦਰ ਸਿੰਘ ਇੰਸਪੈਕਟਰ ਮਨੀਸ਼ ਕੁਮਾਰ ਤੇ AFSO ਹੈਗੇ ਨੇ ਮੋਹਨਜੀਤ ਸਿੰਘ ਔਰ ਕਿੰਦੀ ਸੁਪਰਵਿਜ਼ਨ ਦੇ ਵਿੱਚ ਸਾਡੇ DFSC ਰਾਜਰਿਸ਼ੀ ਮਹਿਰਾਜ ਦੀ ਸਭ ਉਹਨਾਂ ਨੂੰ ਪਤਾ ਹੈ
ਇਹ ਕਣਕ ਜੰਮੂ ਅਤੇ ਹੋਰਨਾਂ ਦੂਜੇ ਰਾਜਾਂ ਤੋਂ ਗਲੀ ਸੜੀ ਅੱਤ ਦਰਜੇ ਦੀ ਬਦਬੂਦਾਰ ਜ਼ਹਿਰੀਲੀ ਕਣਕ ਕਾਲੇ ਰੰਗ ਦੀ ਹੁੰਦੀ ਹੈ ਬਿਲਕੁਲ, ਉਹਨੂੰ ਰੁਪਈਏ ਜਾਂ 2 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦ ਲਿਆਂਦੇ ਆ, ਜਿਹੜੀ ਕਿਸੇ ਕੰਮ ਨਹੀਂ ਹੁੰਦੀ ਉਹਨਾਂ ਸੁੱਟਣੀ ਹੁੰਦੀ ਹੈ। ਇਹ ਉਹਨਾਂ ਕੋਲ ਖਰੀਦ ਕੇ ਇੱਥੇ ਗੋਦਾਮ ਦੇ ਵਿੱਚ ਲਿਆ ਹੁੰਦੇ ਨੇ, ਜੋ ਕਿ ਮੈਂ 1-2 ਦਿਨ ਪਹਿਲਾਂ ਤੁਹਾਡੇ ਸਾਹਮਣੇ ਖੁਲਾਸਾ ਵੀ ਕੀਤਾ ਸੀ। ਪੰਜਾਬ ਪੁਲਿਸ ਦੇ ਬੁਲਾਉਣ 'ਤੇ ਇੱਥੇ ਵੀ ਆਇਆ ਸੀ, ਜਿਵੇਂ ਅੱਜ ਤੁਹਾਡੇ ਬੁਲਾਉਣ 'ਤੇ ਵੀ ਮੈਂ ਪਹੁੰਚਿਆ ਵਾਂ। ਉਹ ਕੀ ਕਰਦੇ ਆ, ਕਣਕ ਨੂੰ ਇੱਥੇ ਲਿਆ ਕੇ ਬੋਰੀਆਂ ਨੂੰ ਖੋਲ੍ਹ ਕੇ ਢੇਰੀ ਕਰ ਲੈਂਦੇ ਨੇ, ਔਰ ਗੋਦਾਮ ਦੇ ਵਿੱਚ ਜਿਹੜੀ ਵਧੀਆ ਸਟੋਰ ਕੀਤੀ ਹੁੰਦੀ ਕਣਕ, ਉਸ ਕਣਕ ਦੇ ਵਿੱਚ ਮਿਕਸ ਕਰਕੇ ਉਹਨੂੰ ਚੰਗੀ ਤਰ੍ਹਾਂ ਉਹ ਫਿਰ ਲੋਡ ਕਰਕੇ ਉਹ ਡੀਪੂ ਹੋਲਡਰਾਂ ਨੂੰ ਜਾਰੀ ਕਰਤੀ ਦਿੱਤੀ ਜਾਂਦੀ ਹੈ। ਡੀਪੂ ਹੋਲਡਰ ਅੱਗੇ ਜਾ ਕੇ ਜਨਤਾ ਦੇ ਵਿੱਚ ਵੰਡਦੇ ਨੇ। ਤੁਸੀਂ ਰੋਜ਼ ਖਬਰਾਂ 'ਚ ਤੁਹਾਨੂੰ ਸੁਣਨ 'ਚ ਆਉਂਦਾ ਕਿ ਡੀਪੂ ਹੋਲਡਰ ਕਣਕ ਮਾੜੀ ਵੰਡ ਰਿਹਾ, ਡੀਪੂ ਹੋਲਡਰ, ਪਰ ਡੀਪੂ ਹੋਲਡਰ ਰੋਂਦਾ ਇਹ ਨੇ ਕਿ ਸਾਨੂੰ ਮਾੜੀ ਮਿਲਦੀ। ਉਹ ਕਣਕ ਮਾੜੀ ਕਿੱਥੋਂ ਮਿਲਦੀ? ਇਸ ਗੋਦਾਮ 'ਚੋਂ। ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਸਹੀ ਕਣਕ ਹੁੰਦੀ ਹੈ ਉਹ ਇੱਥੋਂ ਬੋਰੀਆਂ 'ਚੋਂ ਕੱਢ ਕੇ ਬਾਜ਼ਾਰ 'ਚ ਵੇਚ ਦਿੱਤੀ ਜਾਂਦੀ ਹੈ, ਤੇ ਜਿਹੜੀ ਦੂਜੀ ਗਲੀ ਸੜੀ ਕਣਕ ਆ ਉਹ ਲੋਕਾਂ ਨੂੰ ਵੰਡਣ ਵਾਸਤੇ ਬੋਰੀਆਂ 'ਚ ਪਾ ਕੇ ਉਹ ਵੰਡੀ ਜਾਂਦੀ ਲੋਕਾਂ ਨੂੰ। ਸਰ ਦੇਖੋ ਨਾ, ਜੇ ਆਪਾਂ ਬਾਹਰੋਂ ਕਣਕ ਦੀ ਕੋਈ ਇੱਕ ਬੋਰੀ ਆਏਗੀ ਤੇ ਉਹ ਦੂਜੀ ਬੋਰੀ ਨੂੰ ਕੱਢਣਾ ਵੀ ਪਏਗਾ ਨਾ। ਇਸੇ ਪ੍ਰਕਾਰ ਕਿ ਜੇ ਆਪਾਂ ਨੂੰ ਜਿੰਨੀ ਕੁਆਂਟਲ 11 ਕੁਇੰਟਲ, ਮਤਲਬ ਇੱਕ ਕੋਈ ਬੋਰੀਆਂ ਹਿਸਾਬ ਦੀਆਂ, ਆਪਾਂ 11 ਕੁਇੰਟਲ ਦੇ ਹਿਸਾਬ ਨਾਲ ਇਹ ਕਣਕ ਬਾਹਰੋਂ ਆਉਂਦੀ ਹੈ, ਉਹਨੂੰ 11 ਕੁਇੰਟਲਾਂ ਦੇ ਵਿੱਚ ਹੀ ਮਿਕਸ ਕਰਕੇ ਇਹਨੂੰ ਫਿਰ ਕੀ ਕਰਦੇ ਆ, ਅੱਗੇ ਜਨਤਾ ਦੇ ਵਿੱਚ ਜ਼ਹਿਰ ਵੰਡ ਦਿੰਦੇ ਆ, ਤੇ ਜਨਤਾ ਇਸ ਜ਼ਹਿਰ ਨੂੰ 3 ਟਾਈਮ ਦਿਨ ਦੇ ਵਿੱਚ ਖਾਣ ਲਈ ਮਜਬੂਰ ਹੋ ਜਾਂਦੀ ਹੈ, ਕਿ ਕਿਉਂਕਿ ਪ੍ਰਮਾਤਮਾ ਨੇ ਜਿਹੜਾ ਆਪਾਂ ਨੂੰ ਢਿੱਡ ਦਿੱਤਾ ਹੈ ਉਹਨੂੰ 3 ਟਾਈਮ ਆਪਾਂ ਨੂੰ ਭਰਨਾ ਹੀ ਪੈਣਾ ਹੈ। ਇਹ ਉਹਨੂੰ ਬਾਕੀ ਜਿਹੜੀ ਵਧੀਆ ਕਣਕ ਹੁੰਦੀ ਹੈ ਉਹਨੂੰ ਫਿਰ ਕੀ ਕਰਦੇ ਆ, ਉੱਚੇ ਰੇਟਾਂ ਦੇ ਕੋਈ 19 ਰੁਪਏ 20 ਰੁਪਏ 21 ਰੁਪਏ 22 ਰੁਪਏ ਕਿਲੋ ਦੇ ਹਿਸਾਬ ਨਾਲ ਓਪਨ ਮਾਰਕੀਟ ਵਿੱਚ ਵੇਚ ਦਿੰਦੇ ਆ, ਔਰ ਆਪਣੇ ਜੋ ਕਰੋੜਾਂ ਰੁਪਈਆਂ ਦੀ ਇਹਨਾਂ ਨੂੰ ਇਨਕਮ ਹੁੰਦੀ ਹੈ ਉਹ ਰਲ ਕੇ ਆਪਸ ਵਿੱਚ ਵੰਡ ਲੈਂਦੇ ਆ। ਇਹ ਤੁਹਾਨੂੰ ਕੀ ਲੱਗਦਾ ਵੀ ਸਾਰੇ ਦਾ ਸਾਰਾ ਡਿਪਾਰਟਮੈਂਟ ਰਲਿਆ ਵੀ ਥੱਲੇ ਤੋਂ ਲੈ ਕੇ ਉੱਪਰ ਤੱਕ ਪੈਸਾ ਵੰਡਿਆ ਜਾਂਦਾ, ਜਿੰਨਾ ਵੀ ਪੈਸਾ? ਨਹੀਂ ਜੀ, ਵੇਖੋ ਮੈਂ ਸਾਰਾ ਡਿਪਾਰਟਮੈਂਟ ਨਹੀਂ ਕਹਿ ਸਕਦਾ। ਕੋਈ ਤਲਾਅ 'ਚ ਮੱਛੀਆਂ ਹੁੰਦੀਆਂ ਨੇ, ਬਹੁਤ ਤਰ੍ਹਾਂ ਦੀਆਂ ਹੁੰਦੀਆਂ ਨੇ, ਉਹ ਅਲੱਗ-ਅਲੱਗ ਕਿਸਮ ਦੀਆਂ ਹੁੰਦੀਆਂ। ਇਹ ਸਾਰਾ ਡਿਪਾਰਟਮੈਂਟ ਨਹੀਂ, ਕੁਝ ਬੰਦੇ ਨੇ ਹੋਵੇ, ਜੇ ਤੁਹਾਨੂੰ ਮੈਂ DFSC ਰਾਜਰਿਸ਼ੀ ਮਹਿਰਾ ਦਾ ਨਾਮ ਦੇ ਰਿਹਾ, ਸ਼ਰੇਆਮ ਪਤਾ ਉਹਨਾਂ ਨੂੰ, ਉਹਨਾਂ ਦੀ ਸੁਪਰਵਿਜ਼ਨ 'ਚ ਆਪਾਂ ਕਹਿ ਸਕਦੇ ਹਾਂ। ਮੋਹਨਜੀਤ ਸਿੰਘ ਦਾ ਇੱਥੇ 24 ਘੰਟੇ ਦੀ ਡਿਊਟੀ ਹੈ, ਜਗਵਿੰਦਰ ਸਿੰਘ ਦੀ ਡਿਊਟੀ 24 ਘੰਟੇ ਦੀ ਹੈ, ਆਪਣਾ ਮਨੀਸ਼ ਕੁਮਾਰ ਦੀ 24 ਘੰਟੇ ਡਿਊਟੀ ਉਹ ਕਰਵਾ ਰਹੇ ਨੇ। ਔਰ ਇੱਥੇ ਇੱਕ ਬੜਾ ਵੱਡਾ ਨੈਟਵਰਕ ਹੈਗਾ ਹੈ ਵੀਟ ਮਾਫੀਆ ਦਾ। ਤੁਸੀਂ ਰੋਜ਼ ਅਖਬਾਰਾਂ 'ਚ ਵੀ ਪੜ੍ਹਦੇ ਹੋ, ਜਿਹਦਾ ਨਾਂ ਜੋ ਕਿ ਰਾਣੀ ਕੇ ਬਾਗ ਰਹਿੰਦਾ ਹੈ, ਬੜੀ ਵੱਡੀ ਕੋਠੀ ਦਾ ਮਾਲਕ ਹੈ, ਖੁਦ ਡੀਪੂ ਹੋਲਡਰ ਵੀ ਗੁਣਿਆ ਜਾਂਦਾ ਹੈ ਔਰ ਚਗਾਵਾਂ ਵੇਚਦਾ ਹੈ। ਉਹ ਵੀਟ ਮਾਫੀਆ ਅੰਮ੍ਰਿਤਸਰ ਦਾ ਕਿੰਗ ਹੈ, ਠੀਕ ਹੈ। ਇਹਨਾਂ ਸਾਰਿਆਂ ਦੇ ਉੱਤੇ ਇੱਕ ਰਾਜਨੀਤਿਕ ਹਸਤੀ ਹੈ ਬਹੁਤ ਵੱਡੀ ਸਾਡੇ ਅੰਮ੍ਰਿਤਸਰ ਸ਼ਹਿਰ ਦੀ, ਜਿਹਨੂੰ ਸਾਡੀ ਅੰਮ੍ਰਿਤਸਰ ਦੀ ਜਨਤਾ ਨੇ ਵੋਟਾਂ ਪਾ ਕੇ ਜਿਤਾਇਆ ਹੋਇਆ ਹੈ। ਉਹਨਾਂ ਦੇ ਉੱਤੇ ਹੱਥ ਹੈ। ਉਹ ਕਿਸੇ ਵੀ ਕਾਰਵਾਈ ਨੂੰ ਅੰਜਾਮ ਨਹੀਂ ਦੇਣ ਦਿੰਦੇ, ਕਿਉਂਕਿ ਹੁਣ ਇਹ ਨਹੀਂ ਪਤਾ ਉਹ ਇਸ ਪੈਸੇ ਦੀ ਖੇਡ 'ਚ ਸ਼ਾਮਲ ਨੇ ਜਾਂ ਨਹੀਂ, ਪਰ ਇੰਨਾ ਮੈਨੂੰ ਪਤਾ ਹੈ ਕਿ ਉਹ ਇਹਨਾਂ ਦੇ ਸਿਰ ਤੇ ਹੱਥ ਹੈ, ਉਹ ਹਰ ਜਗ੍ਹਾ ਤੇ ਇਹਨਾਂ ਨੂੰ ਬਚਾ ਰਹੇ ਨੇ। ਦੇਖੋ, ਇਹ ਤਾਂ ਕਈ ਵਾਰੀ ਵੀ ਸਾਹਮਣੇ ਆਇਆ, ਡਿਸਟ੍ਰਿਕਟ ਗ੍ਰੀਵੈਂਸਿਸ ਕਮੇਟੀ ਦੀ ਮੀਟਿੰਗ ਹੁੰਦੀ ਹੈ, ਉੱਥੇ ਬੜਾ ਰੌਲਾ ਪੈਂਦਾ ਵੀ ਗਰੀਬਾਂ ਦਾ ਅਨਾਜ ਖਾਧਾ ਜਾ ਰਿਹਾ। ਕਈ ਵਾਰੀ ਉਹ ਆਦੇਸ਼ ਵੀ ਜਾਰੀ ਹੁੰਦੇ, ਪਰ ਉਹ ਹੁੰਦਾ ਇਸ ਕਰਕੇ ਕੁਝ ਨਹੀਂ ਹੈ ਵੀ ਕਿਉਂਕਿ ਇਹ ਸਭ ਮਿਲੇ ਹੋਏ ਆ। ਸਰ ਇਸੇ ਕਰਕੇ ਹੁੰਦਾ ਨਾ। ਦੇਖੋ ਜਿਵੇਂ ਹੁਣ ਲੀਡਰ, ਬਹੁਤ ਵੱਡੇ ਇੱਕ ਲੀਡਰ ਦਾ ਜਿਵੇਂ ਨਾਂ ਤਾਂ ਚਲੋ ਮੈਂ ਨਹੀਂ ਦੱਸਦਾ, ਕਿਉਂਕਿ ਮੇਰੀ ਵੀ ਜ਼ਿੰਦਗੀ ਦਾ ਸਵਾਲ ਹੈ, ਕਿਉਂਕਿ ਮੈਂ ਜ਼ਿੰਦਗੀ ਦਾ, ਮੇਰੇ ਵੀ ਛੋਟੇ ਬੱਚੇ ਨੇ, ਮੇਰਾ ਪਰਿਵਾਰ ਅੱਗੇ ਵੀ ਸਰ ਬਹੁਤ ਖਤਮ ਹੋ ਚੁੱਕਾ ਪਰਿਵਾਰ ਮੇਰਾ ਬੜੇ ਵੱਡੇ ਪੱਧਰ 'ਤੇ। ਮੈਂ ਉਸ ਲੀਡਰ ਦਾ ਨਾਮ ਨਹੀਂ ਲਊਂਗਾ, ਪਰ ਕਾਫੀ ਹੱਦ ਤੱਕ ਲੋਕਾਂ ਨੂੰ ਪਤਾ ਹੈ। ਮੈਂ ਉਸ ਲੀਡਰ ਨੂੰ ਵੀ ਹੱਥ ਜੋੜ ਕੇ ਤੁਹਾਡੇ ਚੈਨਲ ਰਾਹੀਂ ਬੇਨਤੀ ਕਰੂੰਗਾ ਕਿ ਤੁਹਾਨੂੰ ਜਨਤਾ ਨੇ ਵੋਟਾਂ ਪਾਈਆਂ ਨੇ, ਕਿਰਪਾ ਕਰਕੇ ਆਹ ਵੇਖੋ, ਮੈਂ ਹੱਥ ਬੰਨ੍ਹ ਕੇ, ਹੱਥ ਕੰਨਾਂ ਨੂੰ ਹੱਥ ਲਾ ਕੇ ਆਹ ਵੇਖੋ, ਉਹਨਾਂ ਦੀ ਕੀਮਤੀ ਜਾਨਾਂ ਨਾਲ ਖਿਲਵਾੜ ਨਾ ਕਰੋ, ਇਹਨਾਂ ਨੂੰ ਸਜ਼ਾਵਾਂ ਦਿਵਾਓ। ਤੁਸੀਂ ਇੰਨੇ ਵਧੀਆ ਅਹੁਦਾ ਤੁਹਾਨੂੰ ਪਰਮਾਤਮਾ ਦੀ ਬਖਸ਼ਿਸ਼ ਨਾਲ ਮਿਲਿਆ ਹੈ, ਤੁਸੀਂ ਉਹ ਅਹੁਦੇ ਦਾ ਜਨਤਾ ਦੇ ਲਾਭ ਪ੍ਰਤੀ ਕੁਛ ਨਾ ਕੁਛ ਕਦਮ ਉਠਾਓ, ਨਾ ਕਿ ਇਹਨਾਂ ਕਣਕ ਮਾਫੀਆਂ ਨੂੰ ਜ਼ਹਿਰ ਵੇਚਣ ਲਈ ਮਜਬੂਰ, ਜੋ ਜਨਤਾ ਨੂੰ ਕਰਦੇ ਨੇ ਕਣਕ ਖਾਣ ਲਈ, ਉਹਨਾਂ ਦਾ ਸਾਥ ਦਿਓ। ਸ਼ਿਵ ਖੰਨਾ ਜੀ, ਤੁਸੀਂ ਸਸਪੈਂਡ ਚੱਲ ਰਹੇ ਹੋ, ਕੀ ਰੀਜ਼ਨ ਹੈ ਵੀ ਤੁਹਾਨੂੰ ਡਿਪਾਰਟਮੈਂਟ ਨੂੰ ਸਸਪੈਂਡ ਕੀਤਾ ਗਿਆ? ਕਿਆ ਤੁਹਾਡੇ ਤੇ ਵੀ ਕੁਝ ਆਰੋਪ ਨੇ ਵੀ ਭ੍ਰਿਸ਼ਟਾਚਾਰ ਦੇ ਨੂੰ ਲੈ ਕੇ? ਸਰ ਸਸਪੈਂਡ ਮੇਰੇ ਨੂੰ ਕੀਤਾ ਗਿਆ, ਬਿਲਕੁਲ ਕੀਤਾ ਗਿਆ। ਨਾ ਹੀ ਮੇਰੇ ਤੇ ਕੋਈ ਕਿਸੇ ਤਰ੍ਹਾਂ ਦਾ ਅੱਜ ਤੱਕ ਜ਼ਿੰਦਗੀ ਵਿੱਚ ਭ੍ਰਿਸ਼ਟਾਚਾਰ ਦਾ ਆਰੋਪ ਲੱਗਾ ਹੈ, ਤੇ ਨਾ ਹੀ ਮੈਂ ਕੋਈ ਭ੍ਰਿਸ਼ਟਾਚਾਰ ਕੀਤਾ ਹੈ। ਮੇਰੀ ਇੱਥੇ ਕੁਝ ਸਮਾਂ ਪਹਿਲਾਂ ਬਦਲੀ ਕੀਤੀ ਗਈ ਸੀ, ਕੀਤੀ ਨਹੀਂ ਗਈ ਸੀ, ਮੈਂ ਕਰਵਾਈ ਸੀ ਆਪਣੇ 3 AFSOs ਦੇ ਨਾਲ ਰਲ ਕੇ। ਅਸੀਂ ਮਿਊਚੁਅਲ ਟ੍ਰਾਂਸਫਰ ਕਰਾਈ ਸੀ ਸਰਕਾਰ ਦੇ ਆਦੇਸ਼ਾਂ ਸਰ। ਸਾਡੀਆਂ ਤਿੰਨਾਂ ਦੀਆਂ ਮਜਬੂਰੀਆਂ ਨੂੰ ਵੇਖਦੇ ਸਾਡੀ ਇੱਥੇ ਬਦਲੀ ਕਰ ਦਿੱਤੀ ਗਈ। ਮੈਂ ਵੇਖ ਕੇ ਆ ਗਿਆ, ਉਹ ਆਪਣੀ ਚਲੇ ਗਏ। ਇੱਥੇ ਜਿਹੜੇ ਵੀਟ ਮਾਫੀਆ ਦਾ ਹੈੱਡ ਜਿਹੜਾ ਚੁਗਾਵਾਂ ਬੇਸ ਨਾਲ ਸੰਬੰਧਿਤ, ਜਿਹੜਾ ਤੁਹਾਨੂੰ ਕਿੰਗ ਕਹਿੰਦੇ, ਹੈੱਡ ਕਿੰਗ, ਬੜਾ ਵੱਡਾ ਤਾਜ ਹੈ। ਸਾਡੇ ਡਿਪਾਰਟਮੈਂਟ ਦੇ ਬੜੇ ਵੱਡੇ ਜਿਹੜੇ ਲੋਕ ਨੇ ਉਹ ਤਾਜ ਦੇ ਥੱਲੇ ਜਾ ਕੇ ਬੈਠਦੇ ਨੇ। ਉਹਨੇ ਮੇਰੇ ਨਾਲ ਪਹੁੰਚ ਕੀਤੀ ਕਿ ਸਾਡੇ ਨਾਲ ਤੂੰ ਰਲ, ਤੇ ਇਹ ਕਹੀਂ ਜਿਹੜਾ ਗੋਰਖ ਧੰਦਾ ਅਸੀਂ ਚਲਾਉਣਾ, ਤੂੰ ਆ ਗਿਆ, ਤੂੰ ਕਮਾਈ ਕਰੇਗਾ। ਮੈਂ ਠੋਕ ਕੇ ਜਵਾਬ ਦਿੱਤਾ, ਮੈਂ ਕਿਹਾ ਕਿ ਇਹ ਕੰਮ ਨਹੀਂ ਕਰਾਂਗਾ। ਨਾ ਹੀ ਮੇਰੀ ਜ਼ਮੀਰ ਨੇ ਜਾ ਦਿੱਤਾ, ਨਾ ਹੀ ਮੇਰੇ ਦਿਲ ਨੇ, ਤੇ ਨਾ ਹੀ ਮੈਨੂੰ ਪਰਮਾਤਮਾ ਨੇ ਮੇਰੇ ਦਿਲੋਂ ਆਵਾਜ਼ ਦਿੱਤੀ। ਫਿਰ ਕੀ ਹੋਇਆ,
ਇਹਨਾਂ ਨੇ ਨੈਕਸਟ ਡੇ ਮੇਰੀ ਬਦਲੀ ਕਰਵਾ ਦਿੱਤੀ। ਬਦਲੀ ਕਰਵਾਉਣ ਤੋਂ ਬਾਅਦ ਕੀ ਹੋਇਆ ਕਿ ਮੈਂ ਬਦਲੀ ਤੋਂ ਬਾਅਦ ਕਾਫੀ ਸਾਰੀਆਂ ਦਰਖਾਸਤਾਂ ਡਾਇਰੈਕਟਰ ਸਾਹਿਬ ਸੈਕਟਰੀ ਸਾਹਿਬ ਨੂੰ ਦਿੱਤੀਆਂ ਤੇ ਬਾਅਦ ਮੇਰੀਆਂ ਦਰਖਾਸਤਾਂ ਤੇ ਕੋਈ ਗੌਰ ਨਹੀਂ ਕੀਤਾ। ਮੈਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਰਿਟ ਫਾਈਲ ਕੀਤੀ। 100 ਤੁਹਾਨੂੰ ਸਸਪੈਂਡ ਕਰਨ ਦਾ ਕਾਰਨ ਕੀ ਹੈ? ਉਹੀ ਦੱਸ ਰਿਹਾ ਜੀ। ਮੈਂ ਉੱਥੇ ਮਾਨਯੋਗ ਹਰਿਆਣਾ ਹਾਈ ਕੋਰਟ 'ਚ ਇੱਕ ਰਿਟ ਫਾਈਲ ਕਰਤੀ, ਰਿਟ ਨੰਬਰ 10041 ਸੀ। ਉਹ ਫਿਰ ਮੈਂ ਡਾਇਰੈਕਟਰ ਸਾਹਿਬ ਨੇ ਜਿਹੜੇ ਰਵੀ ਭਗਤ ਜੀ ਨੇ ਉਹਨਾਂ ਨੇ ਕਿਹਾ ਕਿ ਤੂੰ ਇਹ ਰਿਟ ਵਾਪਸ ਲੈ, ਤੇਰੇ ਹੀ ਬਦਲੀ ਦਾ ਆਰਡਰ ਰੋਕ ਦਿੰਦੇ ਹਾਂ। ਪਰ ਉਹ ਮੈਨੂੰ ਇਹਨਾਂ ਨੇ ਇੱਕ ਲਾਰਾ ਦਿੱਤਾ, ਮੈਨੂੰ ਤਾਂ ਆਸ਼ਵਾਸਨ ਲੱਗਾ ਸੀ, ਭਰੋਸਾ ਲੱਗਾ ਸੀ। ਮੈਂ ਉਹ 25/5 ਨੂੰ ਲੈਟਰ ਲਿਖ ਕੇ ਦੇਤੀ ਕਿ ਮੈਂ ਇੱਥੇ ਆਪਣਾ ਹੈਗਾ ਤੇ ਮੈਂ ਤੁਹਾਡੇ ਕਹਿਣ ਤੇ ਮੈਂ ਵਾਪਸ ਲੈਣਾ। ਉਹ ਕਹਿੰਦੇ ਨਹੀਂ ਜੀ, ਤੂੰ ਜਿੰਨਾ ਚਿਰ ਵਾਪਸ ਨਹੀਂ ਲੈਂਦਾ ਉਹਨਾਂ ਚਿਰ ਨਹੀਂ ਹੋਏਗੀ। ਮੈਂ 26/5 ਨੂੰ ਰਿਟ ਵਾਪਸ ਲੈ ਕੇ ਉਹ ਆਪਣੇ ਗੱਲ ਠੀਕ ਹੈ, ਨਟਸ਼ੈਲ ਚ ਦੱਸੋ, ਕਿੰਨੀ ਕਿਸੇ ਕੋਲ ਇਹਨਾਂ ਟਾਈਮ ਨਹੀਂ ਪੂਰੀ ਗੱਲ ਸੁਣਨ ਦਾ, ਨਟਸ਼ੈਲ ਚ ਦੱਸੋ ਤੁਹਾਨੂੰ ਸਸਪੈਂਡ ਕਿਉਂ ਕੀਤਾ ਗਿਆ? ਸਰ ਮੈਨੂੰ ਸਸਪੈਂਡ ਇਸ ਕਰਕੇ ਕੀਤਾ ਗਿਆ ਕਿ ਇਸ ਗੋਦਾਮ 'ਚੋਂ ਉਹਨੂੰ ਬਾਹਰ ਕੱਢਿਆ ਜਾਵੇ। ਜਿਹੜਾ ਇਹਨਾਂ ਦਾ ਗੋਰਖ ਧੰਦਾ ਚੱਲਦਾ ਹੈ ਉਹ ਇਹਨਾਂ ਦਾ ਚੱਲਦਾ ਰਹਿ ਸਕੇ। ਜੇਕਰ ਮੈਂ ਇੱਥੇ ਮੌਜੂਦ ਰਹਿਣਾ ਵਾਂ, ਇਸ ਗੋਦਾਮ ਦੇ ਵਿੱਚ ਮੈਂ ਰਹਿਣਾ, ਇਹਨਾਂ ਦਾ ਗੋਰਖ ਧੰਦਾ ਨਹੀਂ ਚੱਲਣਾ ਸੀ। ਇਹ ਜਿਹੜੀ ਕਰੋੜਾਂ ਰੁਪਏ ਦੀ ਕਾਲੀ ਕਮਾਈ ਨਹੀਂ ਚੱਲਣੀ ਸੀ, ਲੋਕਾਂ 'ਚ ਜ਼ਹਿਰ ਨਹੀਂ ਪਹੁੰਚਣਾ ਸੀ ਜੇ ਮੈਂ ਇੱਥੇ ਰਹਿੰਦਾ। ਜਦੋਂ ਮੈਨੂੰ ਸਸਪੈਂਡ ਹੀ ਨਾ ਇਸ ਕਰਕੇ ਕੀਤਾ, ਬਦਲੀ ਵੀ ਇਸ ਕਰਕੇ ਕਰਾਈ ਕਿ ਇਹਨੂੰ ਬਾਹਰ ਕੱਢ ਕੇ ਲੋਕਾਂ 'ਚ ਜ਼ਹਿਰ ਵੰਡਿਆ ਜਾ ਸਕੇ, ਆਪਣੀਆਂ ਕਰੋੜਾਂ ਰੁਪਏ ਦੇ ਜੇਬਾਂ ਭਰੀਆਂ ਜਾ ਸਕਣ। ਖੰਨਾ ਜੀ ਕੀ ਹੈ ਇੱਕੋ ਹੀ ਗੋਦਾਮ ਹੈ? ਦੇਖੋ ਮੇਰਾ ਖਿਆਲ ਤੇ ਜ਼ਿਲ੍ਹੇ 'ਚ ਤਾਂ ਕਈ ਗੋਦਾਮ ਨੇ, 25-30 ਗੋਦਾਮ ਹੋਣੇ ਨੇ, ਵੀ ਕਿ ਇੱਕੋ ਗੋਦਾਮ ਹੈ ਜਿੱਥੇ ਗੋਲਮਾਲ ਚੱਲਦਾ ਹੈ ਕਿ ਹਰ ਜਗ੍ਹਾ ਇਹ ਗੋਲਮਾਲ ਚੱਲ ਰਿਹਾ? ਸਰ ਬਹੁਤ ਸਾਰੇ ਗੋਦਾਮਾਂ ਦੇ ਵਿੱਚ ਚੱਲ ਰਿਹਾ, ਠੀਕ ਹੈ। ਮੈਂ ਇੱਥੇ ਲੱਗਾ ਸਾਂ, ਪੋਸਟਡ ਹੋਇਆ ਸਾਂ, ਇਸ ਕਰਕੇ ਮੈਨੂੰ ਪਤਾ ਹੈ ਕਿ ਇੱਥੇ ਆਹ ਚੀਜ਼ ਹੋ ਰਹੀ ਸੀ। ਕਿਉਂਕਿ ਮੇਰੇ ਨਾਲ ਸੰਪਰਕ ਕੀਤਾ, ਜਿਹੜੇ ਗੋਦਾਮਾਂ ਦੇ ਵਿੱਚ ਮੇਰੀ ਡਿਊਟੀ ਨਹੀਂ, ਉਹ ਨਹੀਂ ਮੈਨੂੰ ਉਹਨਾਂ ਬਾਰੇ ਪਤਾ ਨਹੀਂ। ਪਰ ਹਾਂ ਕੁਝ ਗੋਦਾਮਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੇਰਾਫੇਰੀ ਹੋ ਰਹੀ ਹੈ। ਇਸ ਤਰ੍ਹਾਂ ਵੀ ਆਉਂਦਾ ਹੈ ਵੀ ਪਾਸ ਤੇ ਗੱਡੀ ਕੱਢੀ ਜਾਂਦੀ ਹੈ ਬਿਨਾ, ਫਿਰ ਉਹ ਜਾਲੀ ਪਾਸ ਬਣਦਾ ਹੈ, ਗੱਡੀ ਫਿਰ ਵਾਪਸ ਆ ਜਾਂਦੀ ਹੈ। ਬੜਾ ਵੱਡਾ ਗੋਲਮਾਲ ਚੱਲ ਰਿਹਾ ਬਹੁਤ ਦੇਰ ਦਾ। ਕਰੋੜਾਂ ਰੁਪਏ ਦੀ ਲੋਕਾਂ ਨੇ ਜਾਇਦਾਦ ਬਣਾ ਲਈ ਹੈ, 100 ਕਰੋੜ ਰੁਪਏ ਦਾ ਘਪਲਾ ਕੀਤਾ ਹੈ, ਹੁੰਦਾ ਕੱਖ ਨਹੀਂ। ਬਿਲਕੁਲ ਤੁਸੀਂ ਸਹੀ ਕਿਹਾ ਜੀ। ਇਹ ਕੀ ਕਰਦੇ, ਜਿਵੇਂ ਇੱਕ ਗੱਡੀ ਨੂੰ ਇੱਕ ਗੇਟ ਪਾਸ ਤੇ ਕੱਢਤਾ, ਉਸੇ ਗੇਟ ਪਾਸ ਨੂੰ 2 3 4 ਕਈ ਰੋਟੇਸ਼ਨ ਦੇ ਵਿੱਚ ਕੱਢਦੇ, ਕਿਉਂਕਿ ਜਿਹਨੇ ਵੀ ਵੇਖਣਾ ਗੱਡੀ ਦਾ ਨੰਬਰ ਵੇਖਣਾ, ਹਾਂਜੀ ਠੀਕ ਹੈ ਜੀ ਗੇਟ ਪਾਸ ਠੀਕ ਹੈ ਜੀ ਗੱਡੀ ਕੱਟੀ ਗਈ। ਪਰ ਇਹ ਨਹੀਂ ਦੱਸਣਾ ਕਿ ਉਹ ਗੱਡੀ ਇਹ ਗੋਦਾਮ ਦੇ ਵਿੱਚੋਂ 1 ਵਾਰੀ ਨਿਕਲੀ, 2 ਵਾਰੀ ਨਿਕਲੀ ਕਿ 4 ਵਾਰੀ ਨਿਕਲੀ ਹੈ। ਉਸ ਚੀਜ਼ ਗੱਡੀ ਜੇ ਡਿਪੂਆਂ ਤੇ ਇੱਕ ਜਾਂਦੀ, ਨਾਲ 4 ਗੱਡੀਆਂ ਆਪਣੀਆਂ ਵੀ ਜਾਂਦੀਆਂ ਨੇ। ਕਹਿੰਦੇ ਇਹ ਵੀ ਦੇਖਿਆ ਜਾਂਦਾ ਵੀ ਆਮ ਤੌਰ ਤੇ ਜਦੋਂ ਪਹਿਲੇ ਤਾਂ ਸਾਹਮਣੇ ਨਹੀਂ ਆਉਂਦਾ ਕੋਈ ਘਪਲਾ, ਜੇ ਘਪਲਾ ਸਾਹਮਣੇ ਆਉਂਦਾ ਤੇ ਜਾਂਚ ਦੇ ਨਾਂ ਤੇ ਉਹਦੇ ਤੇ ਲੀਪਾਪੋਤੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ। ਲੰਬੇ ਸਮੇਂ ਤੋਂ ਇਹ ਖੇਡ ਚੱਲਣ ਡਿਆ ਸਰ। ਹੁਣ ਆ ਵੇਖੋ, ਜਿਵੇਂ ਹੁਣ ਇਹ ਮੈਂ ਤੁਹਾਡੇ ਸਾਹਮਣੇ ਘਪਲਾ ਇਹਨਾਂ ਦਾ ਜੱਗ ਜ਼ਾਹਿਰ ਕੀਤਾ, ਕਣਕ ਵੇਖੋ ਕਿਵੇਂ ਹੀ ਕਾਲੀ ਸੜੀ ਤੁਹਾਡੇ ਸਾਹਮਣੇ ਜੱਗ ਜ਼ਾਹਿਰ ਕੀਤੀ। ਇਹਨੂੰ ਸਾਡੇ ਰਾਜਰਿਸ਼ੀ ਮਹਿਰਾ ਜੀ ਦਬਾਉਂਦੇ ਨੇ ਕਿ 3000 ਕੁਇੰਟਲ ਦੀ ਅਸੀਂ ਰਿਕਵਰੀ ਕਰਾਂਗੇ। ਉਹਨਾਂ ਨੇ ਤਾਂ ਕਿਹਾ ਵੀ 3000 ਕੁਇੰਟਲ ਦੀ ਜਿਹੜੀ ਖਰਾਬ ਅਨਾਜ ਨਿਕਲਿਆ ਉਹਦੀ ਭਰਪਾਈ ਕਰਵਾਈ ਜਾਏਗੀ ਅਫਸਰਾਂ ਕੋਲੋਂ। ਸਰ 3000 ਕੁਇੰਟਲ ਬਾਰੇ ਮੈਂ ਉਹੀ ਤੁਹਾਡੇ ਨਾਲ ਗੱਲ ਕਰ ਰਿਹਾ। 3000 ਕੁਇੰਟਲ ਦੀ ਭਰਪਾਈ ਬਾਰੇ ਉਹਨਾਂ ਜਿਹੜੀ ਗੱਲ ਕੀਤੀ ਹੈ ਉਹ ਇੱਕ ਸਿਰਫ ਫਾਰਮੈਲਿਟੀ ਕੀਤੀ ਹੈ। ਉਹ ਨਾਲ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ, ਮੈਂ ਵੀ ਪੜ੍ਹਿਆ ਤੁਸੀਂ ਵੀ ਪੜ੍ਹਿਆ ਹੈਗਾ, ਉਹਨਾਂ ਨੇ ਇਹ ਕਿਹਾ ਹੈ ਕਿ ਇਹ ਜਿਹੜੀ ਪਤਾ ਲੱਗਾ ਜੀ ਕਣਕ ਡਿਪੂਆਂ ਤੋਂ ਵਾਪਸ ਆਈ ਸੀ। ਜੇ ਖਰਾਬ ਕਣਕ ਡਿਪੂਆਂ ਤੋਂ ਵਾਪਸ ਆਈ ਸੀ, ਖਰਾਬ ਕਣਕ ਡਿਪੂਆਂ ਤੋਂ ਵਾਪਸ ਆਈ ਸੀ, ਉੱਥੇ ਗਈ ਕਿਉਂ ਸੀ? ਮਤਲਬ ਖਰਾਬ ਵਾਪਸ ਨਹੀਂ ਆਈ, ਇਹ ਇੱਥੋਂ ਹੀ ਖਰਾਬ ਭੇਜੀ ਗਈ ਜਾਣਬੁੱਝ ਕੇ। ਇੱਥੋਂ ਖਰਾਬ ਭੇਜੀ ਗਈ, ਇੱਥੇ ਖਰਾਬ ਆਉਂਦੀ। ਇਹ ਹੋਇਆ ਕਿ ਇਹਦੇ 'ਚ ਕੁਆਂਟੀਟੀ ਉਹਨਾਂ ਘੱਟ ਮਿਕਸ ਕਰਨੀ, ਜ਼ਿਆਦਾ ਮਿਕਸ ਕਰਨੀ ਸੀ ਵਧੀਆ ਕੁਆਂਟੀਟੀ ਦੀ, ਉਹ ਜਦ ਕਿ ਇਹਨਾਂ ਕੋਲ ਵਧੀਆ ਘੱਟ ਹੋਈ। ਉਹ ਬਿਲਕੁਲ ਹੀ ਇਹਨਾਂ ਨੇ ਉਹ ਗਲਤੀ ਨਾਲ ਬਾਹਰ ਭੇਜ ਦਿੱਤੀ ਹੋਏਗੀ ਕੋਈ ਇੱਕ ਅੱਧੀ ਬੋਰੀ। ਕਹਿਣ ਦਾ ਮਤਲਬ ਹੈ ਕਿ ਅੰਨੀ ਪੀਏ ਤੇ ਕੁੱਤਾ ਚੱਟੇ ਤੇ ਬੁਰੀ ਹਾਲਤ ਹੋਈ ਹੈ। ਸਰ ਹੁਣ ਚੋਰ ਕੁੱਤੀ ਸਭ ਰਲੇ। ਸਰ ਅੱਗੇ ਕਹਿੰਦੇ ਚੋਰ ਕੁੱਤੀ ਰਲੇ, ਹੁਣ ਕੁੱਤੀ चोर हो गई हुई जी। देखिए ये शिव खन्ना है, इनका कहना है कि बहुत बड़ा इनका खुलासा है कि हजारों क्विंटल अनाज, आखिरकार ये पैसा किसकी जेब में जा रहा है, बहुत बड़ा सवाल है। राजऋषि मेहरा जो फूड एंड सप्लाई विभाग के कंट्रोलर हैं, उनकी ओर से ये बयान जारी किया गया है कि 3000 क्विंटल जो अनाज इसमें खराब पाया गया है उसकी भरपाई की जाएगी अधिकारियों से। अब कौन जिम्मेदार है जो अनाज गरीबों का लूट रहे हैं और ये पैसा खा रहे हैं? जिस तरह के शिव खन्ना ने शरेआम विभाग के अधिकारियों पर आरोप लगाए हैं और कहा है कि ये लोग करोड़ों रुपए के मालिक हो चुके हैं, एक माफिया बना हुआ है। आखिरकार ये माफिया टूट क्यों नहीं रहा? हमारी समझ से परे है। बार बार जिला ग्रीवेंसेस कमेटी की बैठक में ये मामला उठता है कि गरीबों का अनाज खाया जा रहा है, गरीबों का पैसा कौन लोग खा रहे हैं। ये क्या इतने ताकतवर हैं, सरकारों से ज़्यादा ताकतवर हैं कि ये सामने नहीं आ पा रहे हैं? अब हम बात करेंगे राजऋषि मेहरा के साथ, उनका क्या कहना है। ये देखिए हम लगातार बात करने की कोशिश कर रहे हैं डीएफएससी राजऋषि मेहरा के साथ। फोन की घंटी बज रही है। हाँ जी राजऋषि जी नमस्कार। हाँ जी नमस्कार जी।
ਅੱਜ ਰਿਸ਼ੀ ਜੀ ਉਹ ਨਮਸਕਾਰ ਸਰ, ਉਹ ਅੱਜ ਆਰੋਪ ਲੱਗੇ ਰਹੇ 2-3 ਦਿਨਾਂ ਤੋਂ ਕਾਫੀ ਚੱਲ ਰਿਹਾ ਮਾਮਲਾ ਜਿਹੜਾ ਨੰਗਲੀ ਦੇ ਖਰਾਬ ਕਣਕ ਦਾ ਤੁਹਾਡੇ ਵੱਲੋਂ ਇਹ ਵੀ ਕਿਹਾ ਗਿਆ ਵੀ 3000 ਜਿਹੜੀ ਕੁਇੰਟਲ ਖਰਾਬ ਹੈ ਉਹ ਭਰਪਾਈ ਕੀਤੀ ਜਾਏਗੀ। ਨਹੀਂ, ਮੈਂ ਖਰਾਬ ਨਹੀਂ ਕਹਿ ਰਿਹਾ। 3000 ਟੋਟਲ ਤੋੜਾ ਜਿਹੜਾ ਵਾ 2021 ਦਾ ਉੱਥੇ ਲੱਗਾ ਹੋਇਆ। ਜੋ ਵੀ ਖਰਾਬ ਹੋਏਗਾ ਉਹਦੇ ਬਾਰੇ ਜਾਂ ਬਾਅਦ ਚੋਂ ਜਿਹੜਾ ਵਾ ਜਿੰਨੀ ਵੀ ਖਰਾਬ ਨਿਕਲੇਗੀ ਉਹਦੇ ਬਾਰੇ ਡਿਟੇਲ 'ਚ ਸੂਚਿਤ ਕੀਤਾ ਨਹੀਂ ਸਰ, ਇਹ ਖਰਾਬ ਲਈ ਇਹ ਬੇਸਿਕਲੀ ਇਹ ਆਰੋਪ ਇਹ ਲੱਗ ਰਹੇ ਹੈ ਕਿ ਵੀ ਜਿਹੜੀ ਬਾਹਰੋਂ ਲਿਆ ਕੇ ਕਣਕ ਇਹ 'ਚ ਮਿਕਸ ਕੀਤੀ ਜਾਂਦੀ ਹੈ ਤੇ ਜਿਹੜੀ ਸਹੀ ਕਣਕ ਹੈ ਉਹ ਵੇਚਤੀ ਜਾਂਦੀ ਹੈ। ਦੀਪਕ ਜੀ, ਜਿਹੜੇ ਡਿਪੂਆਂ ਤੇ ਕੁਝ ਕਣਕ ਖਰਾਬ ਗਈ ਹੋਏਗੀ, ਕੰਸਰਨਡ ਇੰਸਪੈਕਟਰ ਨੂੰ ਕੱਲ ਪੁੱਛਿਆ ਸੀ, ਉਹਨਾਂ ਨੇ ਜਿਹੜਾ ਹੈਗਾ ਵਾ ਕਿਹਾ ਸੀ ਕਿ ਜਿਹੜਾ ਖਰਾਬ ਹੈ ਉਹਨੂੰ ਰਿਪਲੇਸ ਕਰਨ ਵਾਸਤੇ ਜਿਹੜਾ ਹੈਗਾ ਵਾ ਤੁਸੀਂ ਭੇਜ ਦਿਓ, ਵਧੀਆ ਕੁਆਲਿਟੀ ਦੀ ਕਣਕ ਜਿਹੜੀ ਹੈ ਜਾਏਗੀ, ਕਿਉਂਕਿ ਅਸੀਂ ਕਿਸੇ ਨੂੰ ਵੀ ਖਰਾਬ ਕਣਕ ਦੇ ਨਹੀਂ ਸਕਦੇ। ਮੇਰੇ ਵੱਲੋਂ ਸਟ੍ਰਿਕਟ ਇੰਸਟਰਕਸ਼ਨਸ ਹੈਗੀਆਂ ਨੇ ਤੇ ਉਥੋਂ ਦੀ ਅਲੱਗ-ਅਲੱਗ ਡਿਪੂਆਂ ਤੋਂ ਕਿਸੇ ਤੋਂ 60 ਤੋੜੇ, ਕਿਸੇ ਤੋਂ 52 ਤੋੜੇ, ਇਸ ਤਰ੍ਹਾਂ ਕਰਕੇ 400 ਸਮਥਿੰਗ ਤੋੜੇ ਜਿਹੜੇ ਨੇ ਇਸ ਟਰਾਲੀ 'ਚ ਵਾਪਸ ਆਏ ਹੈਗੇ ਨੇ ਜੀ। ਤੇ ਉਹ ਟਰਾਲੀ ਜਿਹੜੀ ਹੈ ਗਡਾਊਨ ਦੇ ਵਿੱਚ ਅੰਦਰ ਲੱਗੀ ਹੋਈ ਹੈ ਜੀ। ਇੱਥੋਂ ਮਾਲ ਖਰਾਬ ਗਿਆ ਸੀ ਅਲੱਗ-ਅਲੱਗ ਜਗ੍ਹਾ ਤੇ, ਉੱਥੋਂ ਦੀ ਜਿਹੜਾ ਖਰਾਬ ਚਲਾ ਗਿਆ ਸੀ ਉਹਦੇ ਚੋਂ ਵਾਪਸ ਜਿਹੜਾ ਵਾ ਗੋਦਾਮ ਦੇ ਵਿੱਚ ਇਹਨਾਂ ਨੇ ਲਿਆਂਦਾ ਵਾ। ਉਹਦੀ ਕੰਸੈਂਟ ਲੈਟਰ ਜਿਹੜੀ ਹੈ ਕਿ ਜਿਹੜਾ ਵਾ ਖਰਾਬ ਮਾਲ ਹੈ ਇਹਨੂੰ ਵਾਪਸ ਜਿਹੜਾ ਵਾ ਭੇਜਿਆ ਜਾ ਰਿਹਾ। ਕੰਸਰਨਡ ਇੰਸਪੈਕਟਰ ਨੇ ਉਹਨਾਂ ਨੇ ਜਿਹੜਾ ਵਾ ਲਿਖ ਕੇ ਬਕਾਇਦਾ ਭੇਜਿਆ ਹੋਇਆ ਵਾ ਜੀ। ਨਹੀਂ ਸਰ, ਉਹ ਖਰਾਬ ਆਇਆ ਕਿੱਥੋਂ ਜੀ? ਪਿੱਛੋਂ ਖਰਾਬ ਆਇਆ ਸੀ ਜਾਂ ਇੱਥੋਂ ਮਿਕਸ ਕੀਤਾ ਗਿਆ? ਨਹੀਂ, ਮਿਕਸ ਨਹੀਂ ਕੀਤਾ ਗਿਆ। ਜਿਵੇਂ ਤੁਹਾਨੂੰ ਪਤਾ ਵਾ ਸਟੈਕ ਲੱਗਾ ਹੁੰਦਾ ਵਾ, ਸਟੈਕ ਦੇ ਵਿੱਚ ਜਿਹੜਾ ਵਾ ਹੀਟਲੀਆਂ ਲੇਅਰਸ ਕਈ ਵਾਰ ਜਿਹੜਾ ਹੈਗਾ ਵਾ ਜਿਹੜੀਆਂ ਲਾਸਟ 3 ਲੇਅਰਸ ਹੁੰਦੀਆਂ ਉਹ ਖਰਾਬ ਹੋ ਜਾਂਦੀਆਂ ਹੈਗੀਆਂ ਡਿਊ ਟੂ ਰੇਨ ਜਾਂ ਜਿਹੜਾ ਵਾ ਥੱਲਿਓਂ ਮੋਇਸਚਰ ਗੇਨ ਕਰ ਲੈਂਦੀਆਂ ਹੈਗੀਆਂ। ਕੁਝ ਬੈਗ ਜਿਹੜੇ ਵਿੱਚ ਜਿਹੜੇ ਨੇ ਚਲੇ ਗਏ ਸੀ, ਉਹ ਵਾਪਸ ਜਿਹੜੇ ਨੇ ਆਰਡਰ ਕਰਕੇ ਜਿਹੜੇ ਨੇ ਮੰਗਵਾਏ ਸੀ ਵੀ ਖਰਾਬ ਮਾਲ ਜਿਹੜਾ ਵਾ ਲਾਭਪਾਤਰੀ ਨੂੰ ਨਹੀਂ ਜਾਣਾ ਚਾਹੀਦਾ। ਜਿਹੜੀਆਂ ਉੱਪਰਲੀਆਂ ਲੇਅਰ ਤੋਂ ਮਾਲ ਗਿਆ ਸੀ ਉਹ ਸਾਰਾ ਜਿਹੜਾ ਵਾ ਵੈਲ ਕੁਆਲਿਟੀ ਦਾ ਸੀ। ਜਿਹੜਾ ਕੁਝ ਥੱਲਿਓਂ ਮੰਨ ਲਓ 20 ਬੈਗ ਕਿਸੇ ਦੇ ਚਲੇ ਗਏ, ਕਿਸੇ ਇੱਕ ਡਿਪੂ ਤੇ 7-8 ਡਿਪੂ ਸੀ। ਅੱਛਾ ਰਿਸ਼ੀ ਜੀ ਇੱਕ ਰਿਸ਼ੀ ਜੀ ਗੱਲ ਹੈ ਕਿ ਜਦੋਂ ਇੱਕ ਵਿਭਾਗ ਦਾ ਹੀ ਅਧਿਕਾਰੀ ਆਰੋਪ ਲਗਾਉਂਦਾ ਹੈ ਵੀ ਧਾਂਦਲੀ ਹੋ ਰਹੀ ਹੈ, ਇੱਕ ਵੀਟ ਮਾਫੀਆ ਚੱਲ ਰਿਹਾ ਇੱਥੇ, ਕਰੋੜਾਂ ਰੁਪਏ ਕਮਾ ਰਿਹਾ ਹੈ, ਫਿਰ ਤੁਹਾਨੂੰ ਪਤਾ ਵੀ ਸਾਰਾ ਕੁਝ ਬਹੁਤ ਜਿਹੜਾ ਨਾ ਉਹ ਸੰਗੀਨ ਹੋ ਜਾਂਦਾ ਹੈ। ਤੇ ਇਹਨੂੰ ਲੈ ਕੇ ਤੁਸੀਂ ਕੋਈ ਜਾਂਚ ਕਮੇਟੀ ਬਿਠਾਈ ਹੈ ਜਾਂ ਪੂਰੇ ਗੋਦਾਮਾਂ ਦੀ ਚੈਕਿੰਗ ਕਰਵਾਓਗੇ? ਦੀਪਕ ਜੀ, ਪੂਰੀ ਜਿਹੜਾ ਵਾ ਇਹਦੀ ਜਾਂਚ ਕੀਤੀ ਜਾ ਰਹੀ ਹੈ। ਆਪਾਂ DFSO ਤੋਂ ਵੀ ਰਿਪੋਰਟ ਕਰਾਈ ਸੀ। ਮੈਂ ਪਰਸਨਲੀ ਕੱਲ ਆਪ ਵਿਜ਼ਿਟ ਕਰਕੇ ਆਇਆ ਵਾਂ। ਟਾਈਮ ਟੂ ਟਾਈਮ ਜਿਹੜੀਆਂ ਨੇ ਇੰਸਟਰਕਸ਼ਨਸ ਜਿਹੜੀਆਂ ਨੇ ਆਪਾਂ ਜਾਰੀ ਕਰ ਰਹੇ ਹੈਗੇ ਆ ਕਿ ਕੋਈ ਵੀ ਗਲਤ ਕਣਕ ਕੁਆਂਟੀਟੀ ਪਲੱਸ ਕੁਆਲਿਟੀ ਵਾਈਜ਼ ਜਿਹੜਾ ਵਾ ਨਹੀਂ ਜਾਣੀ ਚਾਹੀਦੀ। ਜੇਕਰ ਜਾਂਦੀ ਹੈ, ਕੰਸਰਨਡ ਬੰਦਾ ਜਿਹੜਾ ਵਾ ਜ਼ਿੰਮੇਵਾਰ ਹੋਏਗਾ। ਔਰ ਗੋਦਾਮ ਦੇ ਵਿੱਚ ਜਿਹੜਾ ਮਾਲ ਪਿਆ ਹੋਇਆ ਵਾ ਉਹਦੀ ਖਰਾਬੀ ਜੇਕਰ ਜਿਹਦੀ ਨਿਗਰਾਨੀ ਹੇਠ ਜਿਹਨੇ ਰੱਖਣਾ ਸੀ ਉਹਨੂੰ ਧਿਆਨ ਰੱਖਣਾ ਹੈਗਾ ਵਾ, ਜੇ ਖਰਾਬ ਕਰਦਾ ਵਾ ਉਹਦੇ ਖਰਚੇ ਤੇ ਜਿਹੜਾ ਹੈਗਾ ਵਾ ਉਹ ਠੀਕ ਕਰਵਾਏਗਾ, ਕਿਉਂਕਿ ਉਹਦੀ ਲਾਇਬਿਲਿਟੀ ਬਣਦੀ ਕੀ ਹੈ। ਸਰਕਾਰ ਦਾ ਕੋਈ ਵੀ ਇਹਦੇ 'ਚ ਵਿੱਤੀ ਨੁਕਸਾਨ ਨਹੀਂ ਹੋ ਰਿਹਾ। ਕਿਸੇ ਲਾਭਪਾਤਰੀ ਤੋਂ ਕੋਈ ਰਿਟਨ ਕੰਪਲੇਂਟ ਨਹੀਂ ਆ ਰਹੀ ਕਿ ਉਹਨੂੰ ਖਰਾਬ ਕਣਕ ਮਿਲੀ ਹੈ। ਜਿਹੜੀ ਖਰਾਬ ਕਣਕ ਸੀ ਉਹਨੂੰ ਰਿਪਲੇਸ ਕਰਵਾਇਆ ਜਾ ਰਿਹਾ ਹੈਗਾ ਵਾ। ਹਰ ਚੀਜ਼ ਜਿਹੜੀ ਹੈ ਕੀਤੀ ਜਾ ਰਹੀ ਹੈ। ਤੁਹਾਨੂੰ ਪਤਾ ਵਾ ਸ਼ਿਵਰਾਜ ਖੰਨਾ ਜਿਹੜੇ ਨੇ ਸਸਪੈਂਡਡ DFSO ਨੇ ਇਹ ਅਨਨੈਸੈਸਰੀ ਫਾਲਸ ਬੇਸਲੈਸ ਐਲੀਗੇਸ਼ਨਸ ਲਗਾ ਰਹੇ ਹੈਗੇ ਨੇ, ਜਿਹਦੇ 'ਚ ਕੋਈ ਸੱਚਾਈ ਨਹੀਂ ਹੈਗੀ। ਔਰ ਕੋਈ ਵੀ ਸਟੇਟਮੈਂਟ ਜਿਹੜੀ ਹੈ ਦੇ ਰਹੇ ਹੈਗੇ ਨੇ, ਜੇਕਰ ਉਹਨੂੰ ਪ੍ਰੂਵ ਕਰਨ ਹੈ ਤੇ ਫਿਰ ਤਾਂ ਇਹਨਾਂ ਦੀ ਗੱਲ ਮੰਨੀ ਜਾਵੇ। ਹੀ ਵਾਸ ਪੋਸਟਡ ਇਨ ਦੀ ਵੈਰੀ ਸੇਮ ਗੋਡਾਊਨ, ਉੱਥੇ ਹੀ ਇਹ ਪੋਸਟਡ ਹੈਗੇ ਸੀ ਉਸ ਗੋਦਾਮ ਦੇ ਵਿੱਚ। ਇਹਨਾਂ ਨੂੰ ਪਤਾ ਵਾ ਵੀ ਕਿਹੜੇ ਚੱਕੇ ਦੇ ਵਿੱਚ ਮਾਲ ਖਰਾਬ ਪਿਆ ਵਾ। ਹਰ ਵਾਰ ਉੱਥੇ ਹੀ ਉਸੇ ਹੀ ਚੱਕੇ ਦੇ ਕੋਲ ਜਾ ਕੇ ਜਿਹੜਾ ਵਾ ਵੀਡੀਓ ਬਣਦੀ ਹੈ। ਮੰਨ ਲਓ 10,000 ਬੈਗ ਹੈ, ਉਹਦੇ ਵਿੱਚੋਂ 800-900 ਬੈਗ, 1000 ਬੈਗ ਬਿਲਕੁਲ ਜਿਹੜੇ ਡੈਮੇਜ ਹੋ ਚੁੱਕੇ, ਉਹਨੂੰ ਡੈਮੇਜ ਕਲੀਅਰ ਕਰਨ ਵਾਸਤੇ ਆਪਾਂ ਕਮੇਟੀ ਜਿਹੜੀ ਹੈ ਕਨਸਟੀਟਿਊਟ ਕੀਤੀ ਹੋਈ ਹੈ। ਉਹ ਆਪਣੀ ਰਿਪੋਰਟ ਜਿਹੜੀ ਹੈ ਦੇਗੀ ਵੀ ਇਹ ਡੈਮੇਜਡ ਹੈਗਾ ਵਾ। ਨਾਲ ਜਿਹੜੀਆਂ ਵੀਡੀਓ ਦਿਖਾ ਰਹੇ ਨੇ ਕਿ ਇਹ ਡੈਮੇਜਡ ਕਣਕ, ਜ਼ਹਿਰੀਲੀ ਕਣਕ ਜਾ ਰਹੀ ਹੈ। ਡੂ ਯੂ ਇਮੇਜਿਨ ਕਿ ਇਹ ਇੰਨੀ ਖਰਾਬ ਸੜੀ ਗਲੀ ਕਣਕ ਜਿਹੜੀ ਹੈਗੀ ਹੈ ਕਿਤੇ ਵੀ ਕੋਈ ਵੀ ਬੰਦਾ ਕਾਮਨ ਸੈਂਸ ਦਾ ਵੀ ਬੰਦਾ ਭੇਜ ਸਕਦਾ ਹੈਗਾ ਵਾ। ਇਹ ਤਾਂ ਕੂੜੇ ਦਾ ਢੇਰ ਵਿਕਣ ਵਾਲੀ ਗੱਲ ਹੈ ਜੀ। ਰਿਸ਼ੀ ਜੀ ਇੱਕ ਆਰੋਪ ਲੱਗਦੇ ਹਮੇਸ਼ਾ ਹੀ ਡਿਪਾਰਟਮੈਂਟ ਦੇ ਗ੍ਰੀਵੈਂਸਿਸ ਕਮੇਟੀ ਦੀ ਹੈ ਕਿ ਵੀ ਮੀਟਿੰਗ ਸੀਗੇ ਤੁਸੀਂ ਵੀ ਡਿਪੂਆਂ ਦੇ ਲੋਕਾਂ ਨੂੰ ਸਹੀ ਟਾਈਮ ਸਿਰ ਮਤਲਬ ਪੂਰਾ ਅਨਾਜ ਨਹੀਂ ਮਿਲਦਾ। ਕੁਝ ਲੋਕ ਉਹਨਾਂ ਦਾ ਅਨਾਜ ਖਾ ਰਹੇ ਹੈ ਤੇ ਕਿਸੇ ਤੇ ਕੋਈ ਕਾਰਵਾਈ ਨਹੀਂ ਹੁੰਦੀ। ਇਹਦੇ ਬਾਰੇ ਕੀ ਕਹਿਣਾ? ਦੇਖੋ, ਜੇਕਰ ਕੋਈ ਵੀ ਸ਼ਿਕਾਇਤ ਹੁੰਦੀ ਉਹਦੇ ਤੇ ਪ੍ਰੋਪਰ ਕਾਰਵਾਈ ਹੁੰਦੀ ਹੈ। ਡਿਪੂ ਸਸਪੈਂਡ ਕੀਤੇ ਜਾਂਦੇ ਨੇ। ਐਰਕੀ ਵੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਆਪਾਂ ਰਿਪੋਰਟ ਨਾਲ ਲੈ ਕੇ ਗਏ ਸੀ ਕਿ ਕਿਹੜੇ ਡਿਪੂਆਂ ਦੀ ਸ਼ਿਕਾਇਤ ਆਈ, ਉਹਨਾਂ ਨੂੰ ਸਸਪੈਂਡ ਕੀਤਾ ਗਿਆ, ਉਹਨਾਂ ਤੇ ਕਾਰਵਾਈਆਂ ਕੀਤੀਆਂ ਗਈਆਂ। ਇਸ ਵਾਰ ਦੀ ਗ੍ਰੀਵੈਂਸ ਰਿਡਰੈਸਲ ਮੀਟਿੰਗ ਦੇ ਵਿੱਚ ਉਹ ਰਿਪੋਰਟ ਸਬਮਿਟ ਕੀਤੀ ਗਈ ਸੀ ਇਨ ਐਡਵਾਂਸ।
ਤੇ ਇਹ ਗੱਲ ਗਲਤ ਹੈ ਕਿ ਜਿਹੜਾ ਹੈਗਾ ਵੇ ਕਿ ਕੋਈ ਕਾਰਵਾਈ ਨਹੀਂ ਹੁੰਦੀ ਗੀ। ਤੇ ਜਿਹੜਾ ਸਰ ਉਹ ਜਿਹੜਾ 20 ਕਰੋੜ ਦਾ ਮਾਮਲਾ ਜਿਹੜਾ ਇੰਸਪੈਕਟਰ ਜਸਦੇਵ ਸਿੰਘ ਦਾ ਸੀਗਾ, ਅਨਾਜ ਖਾਦਾ ਉੱਥੋਂ ਚਲਾ ਗਿਆ ਸੀ ਜੰਡਿਆਲੇ ਦੇ ਆਸ-ਪਾਸ ਜਿੰਨੇ ਵੀ ਗਡਾਊਨ ਹੈਗੇ ਨੇ, ਉਹਨੂੰ ਲੈ ਕੇ ਕੀ ਕਾਰਵਾਈ ਡਿਪਾਰਟਮੈਂਟ ਨੇ ਕੀਤੀ ਹਜੇ ਤੱਕ? ਅੰਡਰ ਵਿਜੀਲੈਂਸ ਇਨਵੈਸਟੀਗੇਸ਼ਨ ਪ੍ਰੋਗਰੈਸ ਕਰ ਰਹੀ ਹੈ ਜੀ। ਉਹਦੇ ਬਾਰੇ ਕਮੈਂਟ ਜਿਹੜਾ ਹੈਗਾ ਵਾ ਵਿਜੀਲੈਂਸ ਵਾਲੇ ਕਰ ਸਕਦੇ ਨੇ ਜੀ। ਚਲੋ ਉੱਤੇ ਦਾ ਜਿਵੇਂ ਤੁਹਾਨੂੰ ਤੁਸੀਂ ਕਹਿ ਰਹੇ ਹੋ ਜੇ ਸ਼ਿਵ ਖੰਨਾ ਜਿਵੇਂ ਸਸਪੈਂਡਡ ਅਧਿਕਾਰੀ ਹੈ, ਉਹ ਬਾਰ-ਬਾਰ ਜੇ ਆਰੋਪ ਲਗਾਉਂਦੇ ਤੇ ਤੁਹਾਨੂੰ ਨਹੀਂ ਲੱਗਦਾ ਕਿ ਵੀ ਇਹ ਛਵੀ ਖਰਾਬ ਹੋ ਰਹੀ ਡਿਪਾਰਟਮੈਂਟ ਦੀ? ਇਹ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ ਜੀ, ਜੋ ਅਸੀਂ ਫਿਰ ਐਕਸ਼ਨ ਲਵਾਂਗੇ ਬਾਅਦ ਚੋਂ। ਜੀ He is also prone to those actions and he is accountable to the law of the country and to the Constitution of India. ਠੀਕ If ਹੈ। he is making false and baseless allegations on any officer or any person, ਇਹ ਸਾਰੀ ਦੁਨੀਆ ਨੂੰ ਪਤਾ ਹੈਗਾ ਵਾ ਕਿ ਉਹ ਕੀ ਕਰ ਰਹੇ ਹੈਗੇ ਨੇ ਜੀ ਤੇ ਕਿਸ ਮੋਟਿਵ ਨਾਲ ਕਰ ਰਹੇ ਨੇ, ਤੇ ਉਹਨਾਂ ਦੀ ਇਹਨਾਂ ਗੱਲਾਂ ਦੀ ਇੰਪੋਰਟੈਂਸ ਜਾਂ ਵੈਲਿਊ ਕਿੰਨੀ ਕੁ ਹੁਣ ਪੈ ਰਹੀ ਹੈ ਸਾਰਿਆਂ ਨੂੰ ਪਤਾ ਲੱਗ ਰਿਹਾ ਵਾ। ਅੱਛਾ ਰਿਸ਼ੀ ਜੀ, ਇੱਕ ਹੋਰ ਕਵਰੇਜ ਕਰਨ ਨਾਲ ਜੀ ਜੀ, ਇੱਕ ਹੋਰ ਸਵਾਲ ਹੈ। ਦੇਖੋ ਕਿਸਕੀ ਐਸੇ ਗੋਡਾਊਨ ਵਾਸਤੇ ਤੁਸੀਂ ਕਮੇਟੀ ਕੰਸਟੀਟਿਊਟ ਕੀਤੀ ਹੈ ਜਾਂ ਜਿੰਨੇ ਵੀ ਤੁਹਾਡੇ ਅੰਡਰ ਗੋਡਾਊਨ ਆਉਂਦੇ ਨੇ ਤੁਸੀਂ ਸਾਰੀ ਕਮੇਟੀ ਕੰਸਟੀਟਿਊਟ ਕਰਤੀ ਹੈ ਕਿ ਇੱਕ ਰਿਪੋਰਟ ਮੰਗਾਈ ਗਈ ਹੈ ਵੀ ਕਿੱਥੇ ਕਿੱਥੇ ਖਰਾਬ ਕਣਕ ਹੈ ਜਾਂ ਕਿੱਥੇ ਕਣਕ ਦਾ ਜਿਹੜਾ ਸਟਾਕ ਘੱਟ ਹੈ? ਦੀਪਕ ਜੀ, ਇਹਦੇ ਵਿੱਚ ਜਿਹੜਾ ਹੈਗਾ ਵਾ ਪ੍ਰੋਕਿਊਰਮੈਂਟ ਸੀਜ਼ਨ ਸਾਡੇ ਸਿਰ ਤੇ ਆ ਕੇ ਚੜ ਕੇ ਬੋਲ ਰਿਹਾ ਹੈ। ਅਸੀਂ ਉਹ ਸਾਰੀਆਂ ਚੀਜ਼ਾਂ ਚ ਅੰਗੇਜ ਹੈਗੇ ਹਾਂ। ਇਹ ਟਾਈਮਿੰਗ ਜਿਹੜੀ ਹੈਗੀ ਹੈ ਸ਼ਿਵਰਾਜ ਜੀ ਦੀ, that is not appropriate one and ਜਿਹੜੀਆਂ ਪੀਵੀਆਂ ਰਿਕੁਆਇਰਡ ਪੀਵੀਆਂ ਹੋਣਗੀਆਂ ਉਹ ਸਾਰੀਆਂ ਜਗ੍ਹਾ ਤੇ ਇੱਕ ਸੈਟ ਪ੍ਰੋਸੀਜਰ ਡਿਪਾਰਟਮੈਂਟ ਦਾ ਹੁੰਦਾ, ਉਹਦੇ ਮੁਤਾਬਿਕ ਚੱਲਦੀਆਂ ਹੈਗੀਆਂ ਨੇ। ਤੇ ਜੇ ਉਹਦੇ ਚ ਰਿਪੋਰਟ ਕੁਆਲਿਟੀ ਦੀ ਕੁਆਂਟੀਟੀ ਦੀ ਸਾਰੀ ਜਿਹੜੀ ਹੈ ਕੰਸਰਨਡ ਆਫੀਸਰਸ ਜਿਹੜੇ ਪੀਵੀ ਕਰਦੇ ਨੇ ਉਹ ਸਾਨੂੰ ਆ ਕੇ ਸਬਮਿਟ ਕਰਦੇ ਨੇ। ਜੇਕਰ ਕੋਈ ਉਨਤਾਈ ਹੁੰਦੀ ਹੈ ਪ੍ਰੋਪਰ ਟ੍ਰੀਟਮੈਂਟ ਕਰਵਾਈ ਜਾਂਦੀ ਹੈ ਉਹਦੀ। ਨਹੀਂ ਸਰ ਉਹ ਤੇ ਸਰ ਠੀਕ ਹੈ, ਤੁਹਾਡਾ ਪ੍ਰੋਸੈਸ ਹੋਊਗਾ। ਮਤਲਬ ਮੇਰਾ ਸਵਾਲ ਇਹ ਹੈ ਵੀ ਕਿਆ ਉਹ ਕਰਵਾਈ ਜਾਏਗੀ ਜਾਂ ਹਜੇ ਕਿਉਂਕਿ ਪ੍ਰੋਕਿਊਰਮੈਂਟ ਦਾ ਟਾਈਮ ਆ ਗਿਆ? ਹਾਂਜੀ ਜੀ ਨਾਲ ਚੱਲਦੀ ਹੈ ਜੀ। 3 ਵਾਲੀਆਂ ਜਿਹੜੀਆਂ ਪੀਵੀਆਂ ਤੁਹਾਨੂੰ ਮੈਂ ਲਾਸਟ ਟਾਈਮ ਵੀ ਜਦੋਂ ਇੰਟਰਵਿਊ ਦਿੱਤਾ ਸੀ ਦੱਸਿਆ ਸੀ, 3 ਉਹਦੀਆਂ ਪੀਵੀਆਂ ਦੇ ਡਿਊਟੀਆਂ ਜਿਹੜੇ ਨੇ ਆਰਡਰ ਅਸੀਂ ਕਰ ਦਿੱਤੇ ਹੈਗੇ ਸੀ, ਉਹ ਅੰਡਰ ਪ੍ਰੋਸੈਸ ਹੈਗਾ ਵੇ। ਵਿਦਿਨ 1 ਵੀਕ ਜਿਹੜਾ ਵੇ ਉਹਲੀਆਂ ਰਿਪੋਰਟਸ ਵੀ ਆ ਜਾਣਗੀਆਂ। ਚਲੋ बहुत धन्यवाद ऋषि जी साथ नाल गल करने ਲਈ। नमस्कार। ये देखिए ये थे राज ऋषि मेहरा जो कि फूड एंड सप्लाई विभाग के कंट्रोलर हैं। उनका कहना है कि शिवराज खन्ना बेइननेसेसरी जो है वो तंग परेशान कर रहा है, विभाग की छवि को ख़राब करने की कोशिश की जा रही है। इन्होंने सिरे से नकार दिया है कि कहीं भी कोई घपला हुआ है। ये इनका ये कहना है कि बाहर से लाकर ये अनाज मिक्स नहीं किया गया, मिक्सिंग नहीं की गई, ये खुद ही यहाँ पर पड़ा अनाज खराब हो गया है। इसके लिए कमेटियाँ भी बनाई गई हैं। अब ज़िले में कब चेकिंग होगी तमाम गोदामों की, कब पता चलेगा भी कौन कहाँ कितना अनाज ख़राब पड़ा है और इसके लिए कौन जिम्मेदार है। लेकिन अगर ख़राब अनाज कहीं भी किसी भी तरह से हो रहा है उसके लिए सरकार का नुकसान हो रहा है। सरकार के नुकसान के लिए आखिरकार जिम्मेदार कौन है, इसकी भरपाई कौन करेगा? लोगों को जो ठीक सामान नहीं मिल रहा इसकी भरपाई कौन करेगा? बहुत से सवालों के जो जवाब हैं जनता के जहन में हैं, कौन रहे हैं उन सवालों के जवाब जनता चाहती है। अमृतसर से D4 न्यूज़ के लिए दीपक भंडारी की खास रिपोर्ट।